फटाक 30 सेकंड च खबर डाउनलोड करो तक ऐप। ਅਚਾਨਕ ਕੀ ਹੋਇਆ ਕਿ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਇੰਨਾ ਪ੍ਰਭਾਵਿਤ ਹੋ ਗਏ ਐਸੇ ਸਮੇਂ 'ਚ ਜਦੋਂ ਤੁਹਾਨੂੰ ਲੱਗਦਾ ਸੀ ਕਿ ਬੀਜੇਪੀ ਦਾ ਪੰਜਾਬ 'ਚ ਕੋਈ ਖਾਸ ਗਰਾਊਂਡ ਹੈ ਹੀ ਨਹੀਂ ਕਿ ਅਗਰ ਸਿੱਧੂ ਜੀ ਸੀਐਮ ਬਣਦੇ ਨੇ ਮੈਨੂੰ ਲੱਗੇਗਾ ਕਿ ਮੈਂ ਸੀਐਮ ਬਣ ਗਿਆ। ਅਚਾਨਕ ਇਹ ਜਜ਼ਬਾਤ ਕਿਵੇਂ ਬਦਲ ਗਏ? ਦੇਖੋ ਇਹ ਜਜ਼ਬਾਤ ਬਦਲਣ ਦੀ ਗੱਲ ਨਹੀਂ ਸੀ। ਇੱਕ ਬੜਾ ਅਨਫੋਰਚੂਨੇਟ ਟਰਨਿੰਗ ਪੁਆਇੰਟ ਆਇਆ in which he presented his case like that I am head of the family। ਪਿਛਲੀ ਵਾਰ ਮੈਂ ਆਪਣੇ ਭਰਾ ਨੂੰ ਲੜਾਇਆ ਸੀ, ਹਾਂ ਮੈਂ ਇਹਦਾ ਇਸ ਕਰਕੇ ਮੈਂ ਹੁਣ ਆਪ ਲੜਾਂਗਾ। ਪ੍ਰਤਾਪ ਸਿੰਘ ਬਾਜਵਾ ਇਜ਼ ਅ ਬਿਗਰ ਫੇਸ। ਇਹ ਕਿਤੋਂ ਉੱਥੋਂ ਲੜਨ, ਮੈਂ ਤਾਂ ਇੱਥੋਂ ਦਾ ਸਿਟਿੰਗ ਐਮਐਲਏ ਆ, ਮੈਨੂੰ ਕਿਉਂ ਹਟਾਇਆ ਜਾ ਰਿਹਾ? ਤੁਸੀਂ ਸੀਟ ਬਦਲੀ ਨਹੀਂ ਨਾ ਬੀਜੇਪੀ ਚ ਆ ਕੇ, ਹੁਣ ਵੀ ਤੁਸੀਂ ਕਾਦੀਆਂ ਹਲਕੇ ਦੇ ਲੋਕਾਂ ਨੂੰ ਛੱਡ ਦਿੱਤਾ ਸੀ ਸਿਟਿੰਗ ਐਮਐਲਏ ਹੋ, ਫਿਰ ਤੁਹਾਨੂੰ ਐਸਾ ਕੀ ਡਰ ਹੋਇਆ ਕਿ ਤੁਸੀਂ ਕਾਦੀਆਂ ਹਲਕਾ ਹੀ ਛੱਡ ਦਿੱਤਾ? ਗੱਲ ਡਰਦੀ ਨਹੀਂ। ਨਰਿੰਦਰ ਮੋਦੀ ਨੂੰ ਤੁਸੀਂ ਵੀ ਕੋਸਿਆ ਹੋਵੇਗਾ ਕਿ 3 ਖੇਤੀ ਕਾਨੂੰਨ ਕਿਉਂ ਲੈ ਕੇ ਆਏ। ਅਚਾਨਕ ਜੋ ਸਭ ਕੁਝ ਹੋਇਆ ਨਾ, ਉਹ ਪੰਜਾਬ ਦੇ ਲੋਕ ਵੀ ਬੜੇ ਕਨਫਿਊਜ਼ ਹੋ ਗਏ ਕਿ ਬਈ ਪੋਲਿਟਿਕਸ ਦੇ ਲਈ ਲੀਡਰ ਕੁਝ ਵੀ ਕਰ ਸਕਦਾ ਹੈ। ਗੱਲ ਇਹ ਨਹੀਂ ਹੈ। ਜਾਣਕਾਰੀ ਮਿਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਜਿੱਤ ਰਹੇ ਨੇ। ਦੇਖੋ ਟਫ ਕੰਪੀਟੀਸ਼ਨ ਹੈ। ਪਿਛਲੀ ਵਾਰ ਕਾਂਗਰਸ ਇਸ ਕਰਕੇ ਜਿੱਤੀ, ਕੈਪਟਨ ਅਮਰਿੰਦਰ ਸਿੰਘ ਦਾ ਫੇਸ ਸੀ, ਕਾਂਗਰਸ ਯੂਨਾਈਟਿਡ ਸੀ ਅੰਡਰ ਹਿਸ ਲੀਡਰਸ਼ਿਪ। ਹੁਣ 4 ਖੇਮਿਆਂ 'ਚ ਵੰਡੀ ਹੈ। ਨਵਜੋਤ ਸਿੰਘ ਸਿੱਧੂ ਜਿਹਦੀ ਫੇਵਰ ਕਰਦਾ ਹੈ, ਚੰਨੀ ਜੀ ਉਹਨਾਂ ਦੇ ਅਗੇਂਸਟ ਇੰਡੀਪੈਂਡੈਂਟ ਖੜਾ ਕਰ ਦਿੰਦੇ ਨੇ। ਕਾਂਗਰਸ 30 ਸੀਟਾਂ ਤੋਂ ਵੱਧ ਨਹੀਂ ਜਿੱਤ ਸਕੇਗੀ। ਬੀਜੇਪੀ ਦੇ ਕਿੰਨੀਆਂ ਸੀਟਸ ਆਣਗੀਆਂ? ਚੰਨੀ ਤੇ ਸਿੱਧੂ ਵਿੱਚੋਂ ਤੁਹਾਨੂੰ ਕੌਣ ਲੱਗਦਾ ਹੈ ਕਿ ਬੈਟਰ ਸੀਐਮ ਫੇਸ? ਦੋਨੋਂ ਹੀ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਹਰਸ਼ਦੀਪ ਕੌਰ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਸਾਡੇ ਨਾਲ ਇੱਕ ਐਸੇ ਲੀਡਰ ਨੇ ਜਿਨ੍ਹਾਂ ਨੇ ਸਾਲ 2017 ਚ ਕਾਂਗਰਸੀ ਟਿਕਟ ਤੇ ਚੋਣ ਲੜੀ, ਜਿੱਤੇ, ਤੇ 2022 ਚ ਵੀ ਇਹ ਕਾਂਗਰਸੀ ਟਿਕਟ ਤੋਂ ਹੀ ਚੋਣ ਲੜਨਾ ਚਾਹੁੰਦੇ ਸਨ, ਪਰ ਇਹਨਾਂ ਨੂੰ ਲੱਗਾ ਕਿ ਸ਼ਾਇਦ ਇਹਨਾਂ ਦੀ ਟਿਕਟ ਕੱਟੀ ਜਾਏਗੀ ਤੇ ਬੀਜੇਪੀ ਚ ਸ਼ਾਮਲ ਹੋ ਗਏ। ਹੁਣ ਆਪਣਾ ਹਲਕਾ ਛੱਡ ਕੇ ਕਾਦੀਆਂ ਤੋਂ ਬਟਾਲਾ ਪਹੁੰਚੇ ਨੇ। ਸਾਡੇ ਨਾਲ ਫਤਿਹ ਜੰਗ ਬਾਜਵਾ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਸਵਾਗਤ ਹੈ ਤੁਹਾਡਾ ਪੰਜਾਬ ਤੱਕ। ਥੈਂਕ ਯੂ ਵੈਰੀ ਮਚ ਜੀ। ਸਾਰੇ ਜਿਹੜੇ ਮੇਰੇ ਵੀਰ ਸਰੋਤਾ ਨੇ ਪੰਜਾਬ ਅੱਜ ਤੱਕ ਦੇ, ਮੈਂ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ। ਅਚਾਨਕ ਕੀ ਹੋਇਆ ਕਿ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਇੰਨਾ ਪ੍ਰਭਾਵਿਤ ਹੋ ਗਏ ਐਸੇ ਸਮੇਂ 'ਚ ਜਦੋਂ ਤੁਹਾਨੂੰ ਲੱਗਦਾ ਸੀ ਕਿ ਬੀਜੇਪੀ ਦਾ ਪੰਜਾਬ 'ਚ ਕੋਈ ਖਾਸ ਗਰਾਊਂਡ ਹੈ ਹੀ ਨਹੀਂ? ਦੇਖੋ ਹਮੇਸ਼ਾ ਜ਼ਿੰਦਗੀ 'ਚ ਕਹਿੰਦੇ ਨੇ ਵੀ ਜਦੋਂ ਕੋਈ ਵੀ ਪਾਰਟੀ ਐਟ ਦਾ ਲੋਐਸਟ ਐਬ ਹੋਏ ਕਿਸੇ ਜਗ੍ਹਾ ਤੇ ਵੀ, ਕੰਮ ਉੱਥੇ ਕਰਨ ਦਾ ਸਵਾਦ ਆਉਂਦਾ ਹੈ। ਜਿਹੜੇ ਬੰਦੇ ਰਾਜਨੀਤਿਕ ਗਰਾਊਂਡ ਦੇ ਉੱਤੇ ਆਪਣੇ ਆਪ ਦੇ ਵਿੱਚ ਕੋਈ ਵਿਸ਼ਵਾਸ ਰੱਖਦੇ ਨੇ, ਤੇ ਫਿਰ ਮੈਂ ਸਮਝਣਾ ਦਿਸ ਵਾਸ ਦ ਬੈਸਟ ਟਾਈਮ ਟੂ ਹੈਵ ਜੁਆਇਨਡ ਦ ਬੀਜੇਪੀ। ਐਂਡ ਬੀਜੇਪੀ ਨੂੰ ਅਸੀਂ ਆਪਣੀ ਸੋਚ ਨਾਲ ਅਸੀਂ ਪੰਜਾਬ ਕਿੱਦਾਂ ਬਣਨਾ, ਅਸੀਂ ਪੰਜਾਬ ਦਾ ਕਮਲ ਦਾ ਫੁੱਲ ਪਿੰਡਾਂ 'ਚ ਕਿੱਦਾਂ ਲੈ ਕੇ ਜਾਣਾ, ਇਹ ਸਾਡੇ ਲਈ ਇੱਕ ਵੱਡਾ ਟਾਸਕ ਪਾਰਟੀ ਨੇ ਦਿੱਤਾ ਹੈ। ਇਲੈਕਸ਼ਨ ਟਾਈਮ ਥੋੜਾ ਸੀ, 1 ਮਹੀਨੇ ਦੇ ਵਿੱਚ ਸਾਰਾ ਕੁਝ ਡਿਵੈਲਪ ਹੋਇਆ। ਗੱਲਬਾਤ ਚੱਲ ਰਹੀ ਸੀ ਤੁਹਾਡੀ, ਕਿਉਂਕਿ ਕੁਝ ਦਿਨ ਪਹਿਲਾਂ ਹੀ ਅਸੀਂ ਦੇਖ ਰਹੇ ਸੀ ਜਦੋਂ ਤੁਸੀਂ ਬੀਜੇਪੀ ਜੁਆਇਨ ਕੀਤਾ ਹੈ, ਉਦੋਂ ਨਵਜੋਤ ਸਿੰਘ ਸਿੱਧੂ ਜੀ ਦੇ ਨਾਲ ਤੁਹਾਡੀ ਰੈਲੀ ਹੁੰਦੀ ਹੈ, ਤੁਹਾਨੂੰ ਥਾਪੜਾ ਦਿੰਦੇ ਨੇ, ਤੁਹਾਡੇ ਚਿਹਰੇ ਤੇ ਵੀ ਇੱਕ ਮੁਸਕਾਨ ਹੁੰਦੀ ਹੈ, ਤੁਸੀਂ ਕਹਿੰਦੇ ਨੇ ਅਗਰ ਸਿੱਧੂ ਜੀ ਸੀਐਮ ਬਣਦੇ ਨੇ ਮੈਨੂੰ ਲੱਗੇਗਾ ਕਿ ਮੈਂ ਸੀਐਮ ਬਣ ਗਿਆ। ਅਚਾਨਕ ਇਹ ਜਜ਼ਬਾਤ ਕਿਵੇਂ ਬਦਲ ਗਏ? ਦੇਖੋ ਇਹ ਜਜ਼ਬਾਤ ਬਦਲਣ ਦੀ ਗੱਲ ਨਹੀਂ ਸੀ। ਇੱਕ ਬੜਾ ਅਨਫੋਰਚੂਨੇਟ ਟਰਨਿੰਗ ਪੁਆਇੰਟ ਆਇਆ। ਕਾਦੀਆਂ ਹਲਕਾ ਜਿਹੜਾ ਕਿ ਮੈਂ 5 ਸਾਲ ਤੋਂ ਨਰਚਰ ਕਰ ਰਿਹਾ ਸੀਗਾ, ਉਸ ਹਲਕਾ ਇਹਨਾਂ ਦੀ ਜਿਹੜੇ ਸਰਵੇਸ ਕਰਾਏ, ਜਿਹੜੀ ਇੰਟੈਲੀਜੈਂਸ ਦੀ ਰਿਪੋਰਟਸ ਆ ਰਹੀਆਂ ਸੀ, ਦੈਟ ਵਾਜ਼ ਅਮੰਗ ਦਾ ਟੌਪ 10 ਕਾਂਗਰਸ ਵਿਨਿੰਗ ਕਨਸਟੀਚੁਐਂਸੀ। ਔਰ ਸਡਨਲੀ ਮੇਰੇ ਵੱਡੇ ਭਾਈ ਸਾਹਿਬ ਜਿਹੜੇ ਰਾਜ ਸਭਾ ਦੇ ਮੈਂਬਰ ਸੀ, ਉਹਨਾਂ ਨੇ ਆਪਣੀ ਪਾਰਟੀ ਹਾਈ ਕਮਾਂਡ ਕੋਲੋਂ ਆਪਣੀ ਇੱਛਾ ਮੰਦੀ ਰੱਖੀ ਵੀ ਮੈਂ ਪੰਜਾਬ ਤੋਂ ਇਲੈਕਸ਼ਨ ਲੜਨਾ ਚਾਹੁੰਦਾ ਔਰ ਮੈਂ ਆਪਣਾ ਹੋਮ ਟਾਊਨ ਕਾਦੀਆਂ ਤੋਂ ਲੜਨਾ ਚਾਹੁੰਦਾ। in which he presented his case like that I am head of the family। ਪਿਛਲੀ ਵਾਰ ਮੈਂ ਆਪਣੇ ਭਰਾ ਨੂੰ ਲੜਾਇਆ ਸੀ, ਹਾਂ ਮੈਂ ਇਹਦਾ ਇਸ ਕਰਕੇ ਮੈਂ ਹੁਣ ਆਪ ਲੜਾਂਗਾ। ਹੁਣ ਜਿਹੜੀ ਹਾਈ ਕਮਾਂਡ ਹੈ, ਹਾਈ ਕਮਾਂਡ ਨੂੰ ਕੀ ਪਤਾ ਵੀ ਇਹ 12 ਸਾਲ 10 ਸਾਲ ਕੋਈ ਗਏ ਨੇ ਕਿਤੇ, ਨਹੀਂ ਹੈ ਕਨੈਕਟ ਹੈ ਲੋਕਾਂ ਨਾਲ, ਨਹੀਂ ਹੈ, ਪਰ ਚਲੋ ਹੀ ਵਾਜ਼ ਹੈਡ ਆਫ ਦਾ ਫੈਮਿਲੀ, ਹੀ ਡਿਸਾਈਡਡ। ਐਂਡ ਜਿਹੜੀ ਚੀਜ਼ ਮੈਨੂੰ ਸੋਰਸਸ ਤੋਂ ਇਹ ਪਤਾ ਲੱਗ ਗਈ, ਪਾਰਟੀ ਨੇ ਇਹ ਨਹੀਂ ਹੈ ਵੀ ਮੇਰੀ ਕੋਈ ਟਿਕਟ ਕੱਟੀ ਜਾ ਰਹੀ ਸੀ, ਪਾਰਟੀ ਨੇ ਮੈਨੂੰ ਆਫਰ ਕੀਤੀਆਂ 2 ਅਦਰ ਪਲੇਸਿਸ ਜਿੱਥੇ ਮੇਰਾ ਇਹ ਗੱਲ ਹੁੰਦੀ ਹੈ ਵੀ ਪ੍ਰਤਾਪ ਸਿੰਘ ਬਾਜਵਾ ਇਜ਼ ਅ ਬਿਗਰ ਫੇਸ।
ਇਹ ਕਿਤੋਂ ਉੱਥੋਂ ਲੜਨ, ਮੈਂ ਤਾਂ ਇੱਥੋਂ ਦਾ ਸਿਟਿੰਗ ਐਮਐਲਏ ਆ, ਮੈਨੂੰ ਕਿਉਂ ਹਟਾਇਆ ਜਾ ਰਿਹਾ? ਅੱਛਾ, ਪਰ ਹੁਣ ਵੀ ਤਾਂ ਤੁਸੀਂ ਸੀਟ ਬਦਲੀ ਨਹੀਂ ਨਾ ਬੀਜੇਪੀ ਚ ਆ ਕੇ, ਹੁਣ ਵੀ ਤੁਸੀਂ ਕਾਦੀਆਂ ਹਲਕੇ ਦੇ ਲੋਕਾਂ ਨੂੰ ਛੱਡ ਦਿੱਤਾ। ਆਈਲ ਟੈਲ ਯੂ ਵਾਟ, ਸਾਡੀ ਫੈਮਿਲੀ ਦੀ 50 ਸਾਲ ਦੀ ਸੇਵਾ ਹੈ ਕਾਦੀਆਂ ਹਲਕੇ ਦੀ। ਸਾਨੂੰ ਐਟ ਦ ਬੈਕ ਆਫ ਅ ਪਾਮ, ਸਾਨੂੰ ਇੱਕ ਬੱਚੇ ਦਾ ਜਿਹੜਾ ਨਾਂ ਜੰਮਣ ਵਾਲਾ ਹੁੰਦਾ ਨੇ ਇਹ ਵੀ ਪਤਾ ਹੁੰਦਾ ਵੀ ਇਸ ਘਰ ਤੇ ਨਵਾਂ ਬੱਚਾ ਜੰਮਣਾ। ਉਸ ਕਨਸਟੀਚੁਐਂਸੀ ਵਿੱਚ ਬੀਜੇਪੀ ਦਾ ਘਾਟਾ ਨਹੀਂ ਹੈ ਸੀ ਬਿਲਕੁਲ। ਮੈਂ ਤਾਂ ਉਹਨਾਂ ਨੂੰ ਇੱਕ ਗੱਲ ਬਿਲਕੁਲ ਕਲੀਅਰ ਕੀਤੀ ਸੀ ਪਾਰਟੀ ਨੂੰ ਵੀ ਆਈ ਐਮ ਨਾਟ ਦੇਅਰ ਟੂ ਕੰਟੈਸਟ ਇਲੈਕਸ਼ਨਸ, ਆਈ ਐਮ ਦੇਅਰ ਟੂ ਕੰਪੇਨ ਫॉर ਬੀਜੇਪੀ। ਮੈਨੂੰ ਟਿਕਟ ਨਾ ਦਿਓ ਬੇਸ਼ੱਕ, ਮੈਂ ਕੰਪੇਨਿੰਗ ਕਰਦਾ ਤੁਹਾਡੀ ਪੰਜਾਬ ਦੇ ਵਿੱਚ। ਜੇਕਰ ਤੁਸੀਂ ਮੈਨੂੰ ਟਿਕਟ ਦੇਣੀ ਹੈ ਤੇ ਫਿਰ ਮੇਰੇ ਲਈ ਦੋ ਜਗ੍ਹਾ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਇੱਕ ਸੀ ਬਟਾਲਾ ਐਂਡ ਇੱਕ ਸੀ ਗੁਰਦਾਸਪੁਰ। ਤੁਸੀਂ ਆਪਣੇ ਸਰਵੇ ਕਰਾ ਲਓ, ਜੇ ਮੈਂ ਕਿਤੇ ਤੁਹਾਨੂੰ ਕਿਤੇ ਨਜ਼ਰ ਆਣਾ ਵੀ ਮੈਂ ਜਿੱਤ ਸਕਦਾ, ਜੇ ਮੇਰੇ ਤੋਂ ਬੈਟਰ ਤੁਹਾਡੇ ਕੋਲ ਤੁਹਾਡੀ ਕਾਡਰ ਦੀ ਕੋਈ ਵੋਟ ਹੈ, ਪਹਿਲੇ ਫਰਜ਼ ਕਾਡਰ ਦਾ ਬਣਦਾ ਉਹਨਾਂ ਨੂੰ ਟਿਕਟ ਦਿਓ। ਬਾਜਵਾ ਜੀ, ਤੁਸੀਂ ਕਹਿ ਰਹੇ ਹੋ ਕਾਦੀਆਂ ਹਲਕੇ 'ਚ ਬੀਜੇਪੀ ਦਾ ਕਾਡਰ ਨਹੀਂ ਹੈ, ਪਰ ਵੋਟ ਤਾਂ ਤੁਹਾਨੂੰ ਪੈਣੀ ਸੀ, ਤੁਹਾਡੇ ਚਿਹਰੇ ਨੂੰ ਪੈਣੀ ਸੀ, ਕਾਡਰ ਤੁਹਾਡੇ ਨਾਲ ਬਣਨਾ ਸੀ, ਲੋਕਾਂ ਨੇ ਤੁਹਾਡੇ ਨਾਲ ਜੁੜਨਾ ਸੀ, ਤੁਸੀਂ ਸਿਟਿੰਗ ਐਮਐਲਏ ਹੋ, ਫਿਰ ਤੁਹਾਨੂੰ ਐਸਾ ਕੀ ਡਰ ਹੋਇਆ ਕਿ ਤੁਸੀਂ ਕਾਦੀਆਂ ਹਲਕਾ ਹੀ ਛੱਡ ਦਿੱਤਾ? ਗੱਲ ਡਰਦੀ ਨਹੀਂ, ਅਸੀਂ ਸਿਆਸਤ ਜਾਣਦੇ ਆ, ਵੀ ਆਰ ਪੋਲੀਟੀਕਲ ਲੀਡਰਸ। ਸਾਨੂੰ ਪਤਾ ਸੀ ਕਿਸਾਨਾਂ ਦੇ ਮਨ ਦੇ ਵਿੱਚ ਰੋਸ ਸੀ ਭਾਜਪਾ ਲਈ ਜਦੋਂ ਖੇਤੀ ਕਾਨੂੰਨਾਂ ਦੀ ਗੱਲ ਚੱਲੀ। ਚਾਹੇ ਨਰਿੰਦਰ ਮੋਦੀ ਜੀ ਨੇ ਪੰਜਾਬ ਲਈ ਬਹੁਤ ਕੁਝ ਕੀਤਾ, ਪਰ ਇਹ ਉਸ ਚੀਜ਼ ਨੂੰ ਲੋਕਾਂ ਤੱਕ ਨਹੀਂ ਪਹੁੰਚਾ ਸਕੇ। ਤੇ ਲੋਕਾਂ ਦਾ ਰੋਸ ਪਿੰਡਾਂ 'ਚ ਜਾ ਕੇ ਨਿਕਲਣਾ, ਇਹ ਚੀਜ਼ ਸਾਨੂੰ ਨਜ਼ਰ ਆਂਦੀ ਸੀ। ਔਰ ਫਿਰ ਜਿੱਥੇ ਕਾਡਰ ਔਰ ਜਿੱਥੇ ਤੁਹਾਡਾ ਇੱਕ ਸਟਾਰਟ ਮਿਲਦਾ, ਤੁਹਾਨੂੰ ਪਤਾ ਵੀ ਸੈਮੀ ਅਰਬਨ ਵਿੱਚੋਂ ਅਸੀਂ ਸ਼ਹਿਰੀ ਔਰ ਪੇਂਡੂ ਵੋਟ ਨੂੰ ਰਲਾ ਕੇ ਅਸੀਂ ਜਿੱਤ ਸਕਦੇ ਹਾਂ। ਸੋ ਉਸ ਚੀਜ਼ ਦੇ ਵਿੱਚ ਹੀ ਪਾਰਟੀ ਨੇ, ਮੈਂ ਇਹ ਨਹੀਂ ਕਿਹਾ, ਮੈਂ ਤਾਂ ਕਿਹਾ ਵੀ ਜੇ ਪਾਰਟੀ ਮੈਨੂੰ ਕਾਦੀਆਂ ਤੋਂ ਦੇਣਾ ਚਾਹੁੰਦੀ ਹੈ ਤੇ ਮੈਨੂੰ ਦੇ ਦੇ, ਮੈਂ ਲੜਨ ਨੂੰ ਤਿਆਰ ਹਾਂ। ਇਹ ਮੈਂ ਕੋਈ ਆਪਟ ਆਊਟ ਨਹੀਂ ਕੀਤਾ ਵੀ ਮੈਂ ਕਾਦੀਆਂ ਤੋਂ ਨਹੀਂ ਲੜਨਾ। ਆਈ ਓਨਲੀ ਸੈਡ ਵੀ ਕਾਦੀਆਂ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਵੀ ਕਿਉਂਕਿ ਉੱਥੇ ਘੱਟ ਸੀ, ਬਟ ਸਟਿਲ ਆਈ ਸੈਡ ਇਫ ਦ ਪਾਰਟੀ ਵਾਂਟਸ ਮੀ ਵੀ ਤੂੰ ਕਾਦੀਆਂ ਤੋਂ ਹੀ ਲੜਨਾ ਤੇ ਮੈਂ ਕਾਦੀਆਂ ਤੋਂ ਵੀ ਲੜਨ ਨੂੰ ਤਿਆਰ ਹਾਂ। ਪਾਰਟੀ ਨੋਜ਼ ਇਟ। ਪਰ ਤੁਹਾਨੂੰ ਲੱਗਦਾ ਕਿ ਕਾਦੀਆਂ ਤੋਂ ਜੋ ਕਾਂਗਰਸ ਨੇ ਸਰਵੇ ਕਰਵਾਇਆ ਜਿਸ ਤਰ੍ਹਾਂ ਦਾ ਕਿ ਕਾਂਗਰਸ ਕਾਦੀਆਂ ਤੋਂ ਜਿੱਤ ਰਹੀ ਹੈ? ਨਹੀਂ, ਕਾਦੀਆਂ ਤੋਂ ਕਾਂਗਰਸ ਸਾਡਾ ਕੰਮ ਜਿੱਤ ਰਿਹਾ ਸੀ ਫਤਿਹ ਜੰਗ ਸਿੰਘ ਬਾਜਵਾ ਦਾ। ਫਿਰ ਤੁਸੀਂ ਆਂਦੇ ਨਾ ਮੈਦਾਨ ਦੇ ਵਿੱਚ। ਮੈਂ ਤੁਹਾਨੂੰ ਉਹੀ ਗੱਲ ਦੱਸਦਾ, ਜਦੋਂ ਪਰਿਵਾਰਕ ਇਸ ਚੱਕਰ ਦੇ ਵਿੱਚ ਹੁੰਦਾ ਵੀ ਪਾਰਟੀ ਕਨਫਿਊਜ਼ ਹੁੰਦੀ ਹੈ, ਬਾਜਵਾ ਪਰਿਵਾਰਾਂ ਦੇ ਨਾਲ ਲੋਕੀ ਜੁੜੇ ਨੇ ਤੇ ਉਹਦੇ ਵਿੱਚ ਆਈ ਕੁਡ ਫੀਲ, ਮੈਂ ਤਾਂ ਇਸੇ ਕਰਕੇ ਮੈਂ ਪਾਰਟੀ ਨੂੰ ਕਿਹਾ ਵੀ ਆਈ ਐਮ ਰੈਡੀ ਟੂ ਟੇਕ ਦ ਚੈਲੰਜ। ਜੇ ਤੁਸੀਂ ਮੈਨੂੰ ਕਾਦੀਆਂ ਤੋਂ ਵੀ ਖੜੇ ਕਰੋਗੇ, ਦੈਟ ਇਜ਼ ਵਾਈ ਘਰ ਦੇ ਉੱਤੇ ਝੰਡਾ ਲੱਗਾ। ਅਸੀਂ ਸਾਨੂੰ ਕੋਈ ਕਿਸੇ ਕਿਸਮ ਦੀ ਨਾ ਘਬਰਾਹਟ ਹੈ ਨਾ ਸੋਚ ਹੈ। ਸਾਨੂੰ ਪਾਰਟੀ ਕਦੀ ਵੀ, ਮੈਂ ਤਾਂ ਇਹ ਕਿਹਾ ਸੀ, ਮੈਂ ਕਿਹਾ ਮੈਨੂੰ ਤੁਸੀਂ ਲੰਬੀ ਖੜਾ ਕਰਨਾ ਚਾਹੁੰਦੇ, ਆਈ ਐਮ ਰੈਡੀ ਟੂ ਗੋ ਦੇ। ਤੁਸੀਂ ਮੈਨੂੰ ਮਜੀਠੇ ਖੜਾ ਕਰਨਾ ਚਾਹੁੰਦੇ, ਆਈ ਐਮ ਰੈਡੀ ਟੂ ਗੋ ਦੇ। ਜੇ ਤੁਸੀਂ ਪਾਰਟੀ ਨੂੰ ਜੁਆਇਨ ਕਰਦੇ ਹੋ, ਇਫ ਯੂ ਆਰ ਅ ਫੁੱਟ ਸੋਲਜਰ, then you should be ready to fight from anywhere. So I am very clear about it. ਅੱਜ ਜ਼ਿੰਦਗੀ ਦਾ ਪਹਿਲਾ ਪੜਾਅ ਅੱਜ ਬੀਜੇਪੀ 'ਚ ਹੈ। ਜਦੋਂ ਕਿਤੇ ਅਗਾਹ ਮਿਲਾਂਗੇ ਤੁਹਾਨੂੰ ਇਹ ਨਜ਼ਰ ਆਏਗਾ ਵੀ ਫਤਿਹ ਜੰਗ ਸਿੰਘ ਬਾਜਵਾ ਪੰਜਾਬ ਦੇ ਹਰ ਕੋਨੇ ਵਿੱਚ ਕਮਲ ਦਾ ਝੰਡਾ ਲਹਿਰਾ ਕੇ ਆਏਗਾ। ਇਹ ਮੈਨੂੰ ਪੂਰਾ ਵਿਸ਼ਵਾਸ ਹੈ। ਔਰ ਦੇਖੋ ਮੋਦੀ ਜੀ ਔਰ ਬੀਜੇਪੀ ਦੀਆਂ ਕਮਿਟਮੈਂਟਸ ਟੂਵਰਡਸ ਐਨੀ ਸਟੇਟ ਫॉर दैट ਮੈਟਰ, ਜਿਹੜੇ ਸੂਬੇ 'ਚ ਬੀਜੇਪੀ ਗਈ ਹੈ ਉੱਥੇ ਦੂਜੀਆਂ ਪਾਰਟੀਆਂ ਨੂੰ ਓਵਰਟੇਕ ਕਰ ਗਈ ਹੈ। ਫਤਿਹ ਸਿੰਘ ਬਾਜਵਾ ਦੇ ਸਵਾਲ ਤਾਂ ਇਹ ਆਉਂਦਾ ਨਹੀਂ ਕਿ ਅਚਾਨਕ ਜਜ਼ਬਾਤ ਬਦਲ ਗਏ। ਕੁਝ ਦਿਨ ਪਹਿਲਾਂ ਤੁਸੀਂ ਕਾਂਗਰਸ ਦੀ ਰੈਲੀ 'ਚ ਸ਼ਾਮਲ ਹੋ ਰਹੇ ਹੋ, ਨਵਜੋਤ ਸਿੰਘ ਸਿੱਧੂ ਦੇ ਨਾਲ ਤੁਸੀਂ ਉਹਨਾਂ ਨੂੰ ਐਜ਼ ਅ ਸੀਐਮ ਫੇਸ ਦੇਖ ਰਹੇ ਹੋ। ਅਚਾਨਕ ਸਭ ਕੁਝ ਕਿਵੇਂ ਹੋ ਗਿਆ? ਕਿਸਾਨਾਂ ਦੇ ਮੁੱਦੇ ਤੇ ਤੁਸੀਂ ਵੀ ਗੁੱਸਾ ਕੀਤਾ ਹੋਵੇਗਾ ਕੇਂਦਰ ਸਰਕਾਰ ਦੇ ਖਿਲਾਫ, ਨਰਿੰਦਰ ਮੋਦੀ ਨੂੰ ਤੁਸੀਂ ਵੀ ਕੋਸਿਆ ਹੋਵੇਗਾ ਕਿ 3 ਖੇਤੀ ਕਾਨੂੰਨ ਕਿਉਂ ਲੈ ਕੇ ਆਏ। ਅਚਾਨਕ ਜੋ ਸਭ ਕੁਝ ਹੋਇਆ ਨਾ, ਉਹ ਪੰਜਾਬ ਦੇ ਲੋਕ ਵੀ ਬੜੇ ਕਨਫਿਊਜ਼ ਹੋ ਗਏ ਕਿ ਬਈ ਪੋਲਿਟਿਕਸ ਦੇ ਲਈ ਲੀਡਰ ਕੁਝ ਵੀ ਕਰ ਸਕਦਾ ਹੈ। ਗੱਲ ਇਹ ਨਹੀਂ ਹੈ। ਮੋਦੀ ਜੀ ਲਈ ਮੈਂ ਅੱਜ ਵੀ ਇਹ ਗੱਲ ਕਹਿਣਾ ਵੀ ਕਿਸਾਨਾਂ ਦਾ ਕੋਈ ਵੀ ਮੁੱਦਾ ਹੋਏਗਾ, ਫਤਿਹ ਜੰਗ ਸਿੰਘ ਬਾਜਵਾ ਕਿਸਾਨਾਂ ਦੀ ਆਵਾਜ਼ ਬਣ ਕੇ ਖੜਾ ਹੋਏਗਾ ਆਪਣੀ ਪਾਰਟੀ 'ਚ। ਜਦੋਂ ਤੁਸੀਂ ਪਾਰਟੀ ਵਿੱਚ ਆਪਣੀ ਪਾਰਟੀ ਨੂੰ ਕਿਸੇ ਚੀਜ਼ ਦਾ ਦੱਸ ਸਕਦੇ ਹੋ, ਆਈ ਫੀਲ ਦੇयर ਵਾਸ ਨੋਬਡੀ ਹੂ ਕੁਡ ਟੈਲ ਮੋਦੀ ਜੀ ਵੀ ਇਹ ਸਾਨੂੰ ਲੋਕ ਇਸ ਗੱਲ ਤੇ ਨਾਰਾਜ਼ ਨੇ। ਸੋ ਵਾਟਸਐਵਰ, ਇਹ ਵਕਤ ਤੇ ਚੰਗੇ ਵੀ ਆਂਦੇ ਮਾੜੇ ਵੀ ਆਂਦੇ ਨੇ। ਮੈਂ ਤੁਹਾਨੂੰ ਇੱਕੋ ਗੱਲ ਦੱਸੀ ਹੈ ਵੀ ਮੈਨੂੰ ਪਾਰਟੀ ਨੇ ਆਫਰ ਕੀਤੀਆਂ ਸੀ ਸੀਟਸ ਐਡਜਸਟਮੈਂਟ, ਬਟ ਆਈ ਵਾਸ ਐਡਮੈਂਟ ਵੀ ਨਹੀਂ ਵੀ ਪ੍ਰਤਾਪ ਸਿੰਘ ਬਾਜਵਾ ਦਾ ਬਿਗਰ ਫੇਸ ਪਾਰਟੀ ਦੇ ਪ੍ਰਧਾਨ ਰਹੇ ਨੇ ਨਾ, ਸਾਰਾ ਪੰਜਾਬ ਚਲਾਇਆ, ਇਹਨਾਂ ਨੂੰ ਭੇਜੋ, ਵਾਈ ਯੂ ਸੈਟਿੰਗ ਮੀ ਦੇ। ਤਾਂ ਉੱਥੇ ਆ ਕੇ ਇੱਕ ਡੈਡਲੌਕ ਫਸਿਆ। ਤੇ ਨਵਜੋਤ ਸਿੰਘ ਸਿੱਧੂ ਵੀ ਤੁਹਾਡਾ ਜੋ ਸੰਦੇਸ਼ ਹੈ ਹਾਈ ਕਮਾਂਡ ਤੱਕ ਨਹੀਂ ਪਹੁੰਚਾ ਪਾਏ।
ਨਵਜੋਤ ਸਿੱਧੂ ਜੀ ਨੂੰ ਮੈਂ ਪਹਿਲੇ ਦੱਸਦਾ ਸੀ, ਮੈਂ ਨਵਜੋਤ ਜੀ ਜੇ ਤੁਹਾਨੂੰ ਪਾਰਟੀ ਹਾਈ ਕਮਾਂਡ ਕਹਦੇ ਸੀ ਵੀ 116 ਸੀਟਾਂ ਦੀ ਗੱਲ ਕਰੋ, 117ਵੀਂ ਸੀਟ ਅਸੀਂ ਆਪ ਡਿਸਾਈਡ ਕਰ ਕੀ ਕਰੋਗੇ? ਕਹਿੰਦੇ ਗੱਲ ਤੇ ਤੁਹਾਡੀ ਠੀਕ ਹੈ, ਅਸੀਂ ਕੀ ਮੈਂ ਕਰ ਸਕਾਂਗਾ? ਤੇ ਮੈਂ ਕਿਹਾ ਉਹ ਸਵਾਲ ਦਾ ਜਵਾਬ ਮੈਂ ਤੁਹਾਡੇ ਮੂੰਹ ਚੋਂ ਹੁਣ ਸੁਣਿਆ, ਤੇ ਜਿਹੜੀ ਚੀਜ਼ ਹੋਣੀ ਹੈ ਮੈਨੂੰ ਪਹਿਲੇ ਪਤਾ ਹੈ। ਤੋ ਇਟ ਇਜ਼ ਆਲਵੇਜ਼ ਬੈਟਰ, ਫਾਈਨ, ਡਜ਼ਨਟ ਮੈਟਰ, ਪਾਰਟੀ ਫੀਲਸ ਬਈ ਇਹ ਬੈਟਰ ਕੈਂਡੀਡੇਟ ਨੂੰ ਦੇ ਸਕਦੀ ਹੈ। ਆਈ ਹੈਵ ਅ ਚੈਲੰਜ, ਸੋ ਅਸੀਂ ਚੈਲੰਜ ਐਕਸੈਪਟ ਕਰਕੇ ਅਸੀਂ ਆਏ ਹਾਂ। one day people, especially this party, will realize that what they have lost is the most precious thing on Punjab. ਲੱਗਦਾ ਕਿਸੇ ਪ੍ਰਤਾਪ ਸਿੰਘ ਬਾਜਵਾ ਜਿੱਤਣਗੇ? ਨਹੀਂ, ਮੈਨੂੰ ਨਹੀਂ ਪਤਾ। ਇਹ ਤੇ ਕਾਦੀਆਂ ਹਲਕੇ 'ਚ ਤਾਂ ਤੁਹਾਡਾ ਅਜੇ ਵੀ ਹੋਲਡ ਹੋਏਗਾ ਨਾ, ਮਤਲਬ ਇੰਨੀ ਤਾਂ ਤੁਹਾਨੂੰ ਜਾਣਕਾਰੀ ਮਿਲਦੀ ਹੋਏਗੀ, ਉੱਥੇ ਤੁਹਾਡੇ ਵੀ ਸੋਰਸ ਰਹਿੰਦੇ ਨੇ, ਤੁਸੀਂ ਉੱਥੇ ਹੀ ਰਹਿੰਦੇ ਹੋ, ਸੋ ਜਾਣਕਾਰੀ ਮਿਲ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਜਿੱਤ ਰਹੇ ਨੇ? देखो, टफ कंपटीशन है, देयर आर 5 पार्टी, 5 कॉर्नर कॉन्टेस्ट है, लोगों का कई जगह बदलाव का मूड है, नौजवान कुछ सोच रहे ने, काडर्स कुछ सोच रहे ने, बजुर्ग कुछ सोच रहे, सो ये सोच नू किस तरफ अखीरले 7 दिन वुड बी द मोस्ट क्रूशल डेज, भी स्विंग केड़ी पार्टी दे फेवर च आंदी है। ਪਰ ਵੈਸੇ ਹੁਣ ਤੁਹਾਡਾ ਐਨਾਲਿਸਿਸ ਕੀ ਕਹਿ ਰਿਹਾ? ਮੇਰਾ ਐਨਾਲਿਸਿਸ ਇਹ ਕਹਿ ਰਿਹਾ ਹੈ ਵੀ ਪੰਜਾਬ ਦੇ ਵਿੱਚ ਅਲਟੀਮੇਟਲੀ ਬੀਜੇਪੀ ਵਿਲ ਰਨ ਦ ਸ਼ੋ। ਤੁਹਾਨੂੰ ਲੱਗ ਰਿਹਾ ਇਸ ਤਰ੍ਹਾਂ? ਕਿਉਂਕਿ ਪੰਜਾਬ ਦੇ ਵਿੱਚ ਐਸੀ ਚਰਚਾ ਤਾਂ ਮੈਨੂੰ ਲੱਗਦਾ ਮੈਂ ਨਹੀਂ ਸੁਣੀ, ਐਸੀ ਚਰਚਾ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਬੀਜੇਪੀ ਵਿਲ ਰਨ ਦ ਸ਼ੋ, ਕਿਉਂਕਿ ਗੱਲ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ, ਕਾਂਗਰਸ ਦੀ ਚੱਲ ਰਹੀ ਹੈ, ਮੁਕਾਬਲਾ ਇਹਨਾਂ ਵਿਚਕਾਰ ਦੇਖ ਰਿਹਾ, ਅਕਾਲੀ ਦਲ ਵੀ ਕਿਤੇ ਕਿਤੇ ਅੱਗੇ ਆ ਜਾਂਦੀ ਹੈ, ਬੀਜੇਪੀ ਦੀ ਗੱਲ ਕੋਈ ਘੱਟ ਹੀ ਕਰ ਰਿਹਾ। ਪਹਿਲੇ ਮੈਂ ਤੁਹਾਨੂੰ ਦੱਸਾਂ ਵੀ ਕਾਂਗਰਸ ਦੇ ਵਿੱਚ ਜਿਹੜਾ ਇਹ ਖੇਲ ਚੱਲਿਆ, ਜਿਹੜੀ ਕਾਮੇਡੀ ਆਫ ਸਰਕਸ ਚੱਲ ਰਹੀ ਹੈ, ਇਹਦੇ ਵਿੱਚ 4 ਕਾਰਨਰ, 4 ਧੜਿਆਂ ਦੇ ਵਿੱਚ ਕਾਂਗਰਸ ਡਿਵਾਈਡ ਹੋਈ ਹੈ। ਇਹ ਤਾਂ ਸ਼ੁਰੂ ਤੋਂ ਹੀ ਸੀ ਵੈਸੇ, ਕਾਂਗਰਸ ਦਾ ਇਹ ਖੇਲ ਤਾਂ ਕਾਫੀ ਸਮੇਂ ਤੋਂ ਹੀ, ਕਿੰਨੇ ਸਾਲਾਂ ਤੋਂ ਆਪਾਂ ਦੇਖਦੇ ਆ। ਇਹ ਪਿਛਲੀ ਵਾਰ ਕਾਂਗਰਸ ਇਸ ਕਰਕੇ ਜਿੱਤੀ, ਕੈਪਟਨ ਅਮਰਿੰਦਰ ਸਿੰਘ ਦਾ ਫੇਸ ਸੀ, ਕਾਂਗਰਸ ਯੂਨਾਈਟਿਡ ਸੀ ਅੰਡਰ ਹਿਸ ਲੀਡਰਸ਼ਿਪ। ਹੁਣ 4 ਖੇਮਿਆਂ 'ਚ ਵੰਡੀ ਹੈ। ਨਵਜੋਤ ਸਿੰਘ ਸਿੱਧੂ ਜਿਹਦੀ ਫੇਵਰ ਕਰਦਾ ਹੈ, ਚੰਨੀ ਜੀ ਉਹਨਾਂ ਦੇ ਅਗੇਂਸਟ ਇੰਡੀਪੈਂਡੈਂਟ ਖੜਾ ਕਰ ਦਿੰਦੇ ਨੇ। ਤੁਸੀਂ ਮੈਨੂੰ ਦੱਸੋ ਕਿਹੜੀ ਪਾਰਟੀ, ਇਹਨਾਂ ਡਿਸਪਲਿਨ ਹੀ ਹੈ ਨਹੀਂ। ਦ ਪਾਰਟੀ ਇਜ਼ ਆਊਟ ਟੂ ਕਿਲ ਈਚ ਅਦਰ। ਜਿੱਥੇ ਨਵਜੋਤ ਜੀ ਦਾ ਬਸ ਚੱਲੇਗਾ, ਉਹ ਚੰਨੀ ਨੂੰ ਡੈਂਟ ਪਾਣਗੇ। ਸੋ ਇਸ ਜਗ੍ਹਾ ਤੇ ਜੋ ਮੈਂ ਮੇਰੀ ਅੱਜ ਤੁਸੀਂ ਯਾਦ ਰੱਖਣਾ ਔਰ ਤੁਸੀਂ ਕਾਗਜ਼ ਤੇ ਲੈ ਕੇ ਆਪਣੀ ਜੇਬ 'ਚ ਪਾਣਾ ਨਾ, ਕਾਂਗਰਸ 30 ਸੀਟਾਂ ਤੋਂ ਵੱਧ ਨਹੀਂ ਜਿੱਤ ਸਕੇਗੀ। ਤੇ ਬੀਜੇਪੀ ਦੀਆਂ ਕਿੰਨੀਆਂ ਸੀਟਸ ਆਣਗੀਆਂ? ਦੇਖੋ, ਬੀਜੇਪੀ will get good number of seats. They're contesting on 65. What I feel, BJP will have good number of seats, and finally they will be the one who will be the major shareholder in making the government. ਤੇ ਸਰਕਾਰ ਬਣਾਏਗੀ, ਮਤਲਬ ਹੋਰ ਜੋੜ ਤੋੜ ਦੇ ਨਾਲ ਤੁਹਾਨੂੰ ਲੱਗਦਾ ਬੀਜੇਪੀ ਪੰਜਾਬ 'ਚ ਸਰਕਾਰ ਬਣਾ ਪਾਏਗੀ ਐਸੇ ਹਾਲਾਤਾਂ 'ਚ, ਜਦੋਂ ਹੁਣੇ ਕਿਸਾਨ ਅੰਦੋਲਨ ਖਤਮ ਹੋਇਆ ਹੈ ਪਰ ਉਹ ਗੁੱਸਾ ਨਾਰਾਜ਼ਗੀ ਅਜੇ ਗਿਆ ਨਹੀਂ ਹੈ ਲੋਕਾਂ ਦੇ ਮਨਾਂ 'ਚੋਂ? ਦੇਖੋ, ਅਸੀਂ ਪਿੰਡਾਂ 'ਚੋਂ ਹੀ ਆਏ ਹਾਂ। ਪਿੰਡਾਂ ਦੇ ਵਿੱਚੋਂ ਜੇਕਰ ਫਤਿਹ ਜੰਗ ਸਿੰਘ ਬਾਜਵਾ ਨੂੰ ਚੰਗਾ ਹੰਗਾਰਾ ਮਿਲ ਰਿਹਾ ਤੇ ਇਹਦਾ ਮਤਲਬ ਮੋਦੀ ਜੀ ਨੂੰ ਮਿਲ ਰਿਹਾ ਨਾ। ਆਹਿਸਤਾ ਆਹਿਸਤਾ ਲੋਕ ਸਮਝ ਰਹੇ ਨੇ। ਮੋਦੀ ਜੀ ਆਪ ਆ ਰਹੇ ਨੇ, ਪਿਛਲੀ ਵਾਰੀ ਰੈਲੀ ਨਹੀਂ ਹੋ ਪਾਈ ਸੀ। ਮੋਦੀ ਜੀ ਜੋ ਪ੍ਰੋਗਰਾਮ ਹੈ, ਚੰਦ ਦਿਨਾਂ ਦੇ ਵਿੱਚ ਮੋਦੀ ਜੀ, ਅਮਿਤ ਸ਼ਾਹ ਜੀ, ਉਹਨਾਂ ਦੀ ਸਾਰੀ ਟੀਮ ਆ ਰਹੀ ਹੈ ਫॉर ਕਨਵਿੰਸਿੰਗ। ਤਾਂ ਸਨੀ ਦਿਓਲੀ ਨਹੀਂ ਆਏ, ਇੱਥੋਂ ਦੇ ਐਮਪੀ, ਉਹਨਾਂ ਨੂੰ ਹੀ ਨਹੀਂ ਲੋਕ ਦੇਖ ਪਾਏ। ਤੁਸੀਂ ਵੀ ਮਿਸ ਕਰਦੇ ਹੋ ਉਹਨਾਂ ਨੂੰ ਕਿ ਆਣਾ ਤਾਂ ਚਾਹੀਦਾ ਬਈ, ਚਲੋ ਜਿੱਤ ਕੇ ਗਏ ਨੇ, ਲੋਕਾਂ ਨੇ ਐਮਪੀ ਬਣਾਇਆ, ਉਹੀ ਆ ਜਾਣ, ਉਹੀ ਥੋੜੀ ਜਿਹੀ ਕੈਂਪੇਨ ਕਰ ਲੈਣ, ਸ਼ਾਇਦ ਥੋੜਾ ਫਰਕ ਪੈ ਜਾਏ। ਹਾਲਾਂਕਿ ਉਹਨਾਂ ਪ੍ਰਤੀ ਨਾਰਾਜ਼ਗੀ ਖਤਮ ਕਦੀ ਨਹੀਂ ਹੋਏਗੀ। ਜੋ ਮਾਹੌਲ ਰਿਹਾ, ਨਾ ਉਹ ਬੋਲੇ, ਨਾ ਇੱਧਰ ਆਏ, ਲੋਕ ਵੀ ਵੇਟ ਕਰ ਰਹੇ ਨੇ ਉਹਨਾਂ ਦੀ ਗੁੰਮਸ਼ੁਦਗੀ ਦੇ। ਇੱਥੇ ਪੋਸਟਰ ਲੱਗੇ ਰਹਿੰਦੇ ਨੇ ਗੁਰਦਾਸਪੁਰ 'ਚ, ਆਣਾ ਚਾਹੀਦਾ ਸਨੀ ਦਿਓਲ ਨੂੰ। ਦੇਖੋ, ਇਹ ਡੈਫੀਨੇਟਲੀ ਮੈਂ ਤਾਂ ਸਮਝਦਾ ਜਿਹੜਾ ਬੰਦਾ ਪੋਲੀਟੀਕਲੀ ਲੋਕਾਂ ਨਾਲ ਕੋਈ ਕਮਿਟ ਕਰਕੇ ਆਂਦਾ ਹੈ, ਉਹਦੀ ਕਮਿਟਮੈਂਟ ਟੂਵਰਡਸ ਦ ਪੀਪਲ ਇਜ਼ ਆਲਵੇਜ਼ ਦੇਅਰ। ਸਨੀ ਦਿਓਲ ਨੂੰ ਲੋਕ ਮਿਸ ਜ਼ਰੂਰ ਕਰ ਰਹੇ ਨੇ, ਗੁੱਸਾ ਨਾਰਾਜ਼ਗੀ ਵੀ ਹੋਏਗੀ, ਇਸ ਕੋਈ ਦੋ ਰਾਏ ਨਹੀਂ ਹੈ, ਬਟ ਸਟਿਲ ਪਾਰਟੀ ਦੀ ਕੰਪੇਨ ਨੂੰ ਉਹ ਜ਼ਰੂਰ ਆਣਗੇ ਔਰ ਹਰ ਪਾਰਟੀ ਨੇ ਆਪਣੇ ਆਪਣੇ ਸਟਾਰ ਕੰਪੇਨਰਸ ਲਿਆਣੇ ਨੇ। ਪਰ ਲੋਕ ਉਹੀ ਕਹਿਣਗੇ ਨਾ ਕੈਂਪੇਨ ਕਰਨ ਚਲੋ ਆਗੇ, ਚਲੋ ਆ ਵੀ ਜਾਣ ਸਨੀ ਦਿਓਲ ਜੀ, ਇੱਕ ਵਾਰੀ ਆ ਜਾਣਗੇ, ਪਰ ਲੋਕਾਂ ਨੇ ਕਹਿਣਾ ਕੰਮ ਵੀ ਤਾਂ ਕਰਾ ਜੋ, ਆ ਕੇ 5 ਸਾਲਾਂ 'ਚ ਤੁਸੀਂ ਕਿੰਨਾ ਕੁ ਕੰਮ ਕੀਤਾ ਹੈ। ਅਸੀਂ ਕੰਮ ਜਿੱਦਨ ਮੋਦੀ ਜੀ
ਜਾਂ ਅਮਿਤ ਸ਼ਾਹ ਜੀ ਹੋਰੀ ਪੰਜਾਬ ਜਾਣਗੇ ਉਦੋਂ ਬਿਲਕੁਲ ਕੰਮ ਦੀ ਗੱਲ ਉਹਨਾਂ ਨੂੰ ਲੋਕਾਂ ਨੂੰ ਨਜ਼ਰ ਆਏਗੀ। ਔਰ ਦੇਖੋ ਮੈਂ ਇੱਕ ਗੱਲ ਦੇ ਵਿੱਚ ਬਿਲੀਵ ਕਰਦਾ, ਅ ਪਰਸਨ ਜਿਹੜਾ ਡਿਲੀਵਰ ਕਰਦਾ ਨਾ ਜੀ, ਉਹ ਕਈ ਪਾਰਟੀਆਂ ਹੁੰਦੀਆਂ ਇੱਕ ਡਿਲੀਵਰ ਕਰਨ ਤੋਂ ਪਹਿਲੇ ਉਹਦਾ ਬਹੁਤ ਲਾਹਾ ਲੈਂਦੀ ਹੈ, ਫਾਇਦਾ ਲੈਂਦੀ ਹੈ, ਅਸੀਂ ਆਹ ਕਰ ਰਹੇ ਹਾਂ ਉਹ ਕਰ ਰਹੇ ਹਾਂ, ਹੁੰਦਾ ਕੁਝ ਨਹੀਂ। ਜਿਹੜੇ ਬੰਦੇ ਨੇ ਕੋਈ ਡਿਲੀਵਰ ਕਰਨਾ ਹੁੰਦਾ ਕਰ ਦਿੰਦਾ ਔਰ ਉਹਦਾ ਪੋਲੀਟੀਕਲ ਲਾਹਾ ਨਹੀਂ ਲੈਂਦਾ। ਮੈਂ ਸਮਝਦਾ ਬੀਜੇਪੀ ਤੁਹਾਨੂੰ ਅੱਜ ਲੱਗ ਰਹੀ ਹੈ ਵੀ ਦੇ ਆਰ ਦ ਅੰਡਰਡੌਗਸ, ਬਟ ਅਲਟੀਮੇਟਲੀ ਯੂ ਵਿਲ ਸੀ ਬੀਜੇਪੀ ਵਿਲ। ਪਹਿਲਾਂ ਤਾਂ ਕਹਿ ਰਹੇ ਕਿ ਸ਼ਾਇਦ ਕੋਈ ਸੀਟ ਨਾ ਆਏ ਬੀਜੇਪੀ ਦੀ, ਇੱਕ ਆ ਜਾਏ, ਦੋ ਆ ਜਾਏ। ਬੀਜੇਪੀ ਦੇ ਸੀਟਸ ਤੇ ਇੰਨੇ ਕੋਈ ਅੰਦਾਜ਼ੇ ਲੱਗ ਰਹੇ ਨੇ, ਮਤਲਬ 5 ਸੀਟਾਂ ਤੋਂ ਉੱਪਰ ਤਾਂ ਬੀਜੇਪੀ ਕਦੀ ਟੱਪੀ ਨਹੀਂ ਹੈ, ਜਿੰਨੇ ਕੋ ਅੰਦਾਜ਼ੇ ਲੱਗ ਰਹੇ ਨੇ। ਓਪੀਨੀਅਨ ਪੋਲ ਤੁਸੀਂ ਵੀ ਦੇਖੇ ਹੋਣਗੇ। ਸੋ ਪਰ ਤੁਸੀਂ ਕਹਿ ਰਹੇ ਹੋ ਕਿ ਚੰਗੇ ਨੰਬਰ ਲੈ ਜਾਣਗੇ, ਮੈਜੋਰਿਟੀ ਤਾਂ ਚਲੋ ਨਹੀਂ ਪਰ ਚੰਗੇ ਨੰਬਰ ਆ ਜਾਣਗੇ। ਤੁਸੀਂ ਕਾਂਗਰਸ ਦਾ ਕੀਤਾ ਹੈ ਕਿ 30 ਸੀਟਾਂ ਤੋਂ ਵੱਧ ਨਹੀਂ ਕਾਂਗਰਸ ਦੀ ਆਣਗੀਆਂ, ਤੇ ਬੀਜੇਪੀ ਦੀਆਂ ਕਿੰਨੀਆਂ ਕੁ ਸੀਟਸ ਆਣਗੀਆਂ? ਥੋੜਾ ਜਿਹਾ ਅੰਦਾਜ਼ਾ ਤੁਸੀਂ ਲਗਾਇਆ ਹੋਵੇ 65 ਸੀਟਾਂ ਤੇ ਅਗਰ ਚੋਣ ਲੜ ਰਹੇ ਨੇ। ਦੇਖੋ ਮੈਂ ਕੋਈ ਪੋਲੀਟੀਕਲ ਪੰਡਤ ਤੇ ਹੈ ਨਹੀਂ ਵੀ ਮੈਂ ਤੁਹਾਨੂੰ ਦੱਸਦਾ, ਪਰ ਆਈ ਫੀਲ ਦੇ ਵਿਲ ਗੈਟ ਗੁੱਡ ਨੰਬਰ ਆਫ ਸੀਟਸ, ਐਟ ਲੀਸਟ ਹਾਫ ਆਫ ਦਾ ਨੰਬਰ ਦੇ ਸ਼ੁੱਡ ਵਿਨ ਦ ਸੀਟ। ਜਿੱਥੇ ਇਹਨਾਂ ਨੇ ਚੰਗੇ ਕੈਂਡੀਡੇਟਸ ਦਿੱਤੇ ਨੇ, ਸ਼ਹਿਰੀ ਹਲਕੇ ਨੇ, ਸੈਮੀ ਅਰਬਨ ਨੇ, ਬੀਜੇਪੀ ਹੈਜ਼ ਗੁੱਡ ਚਾਂਸਸ ਆਫ ਵਿਨਿੰਗ। ਬਾਕੀ ਇਹ ਹੈ ਵੀ ਲਾਈਕ ਆਈ ਐਮ ਟੈਲਿੰਗ ਯੂ, ਆਮ ਆਦਮੀ ਪਾਰਟੀ ਜਸਟ ਵੇਟ ਐਂਡ ਸੀ ਵਿਦਿਨ 7 ਡੇਜ਼। ਜਿਹੜੀ ਅੱਜ ਕਹਿੰਦੀ ਹੈ ਵੀ ਜੇ ਅਸੀਂ 60 ਸੀਟਾਂ ਜਿੱਤ ਜਾਾਂਗੇ, 50 ਜਿੱਤ ਜਾਾਂਗੇ, ਪਿਛਲੀ ਵਾਰ 100 ਜਿੱਤਦੇ ਜਿੱਤੇ 20 ਤੇ ਆਏ ਸੀ। ਇਸ ਵਾਰ ਇਹਨੇ ਜਿੱਤਦੇ ਮੇਰੇ ਹਿਸਾਬ ਨਾਲ 12, 15 ਤੇ 16 ਤੇ 20 ਤੇ। ਇਹ ਤੁਹਾਨੂੰ ਲੱਗਦੀ ਹੈ ਹਵਾ ਪਿਛਲੇ ਅਖੀਰਲੇ ਹਫ਼ਤਿਆਂ 'ਚ ਜਾ ਕੇ ਬਣਦੀ ਹੈ। ਹਰ ਪਾਰਟੀ ਨੇ ਆਪਣਾ ਕਾਰਡ ਖੇਡਣਾ, ਸੋ ਉਹ ਕਾਰਡ ਕਿਹੜਾ ਕਾਰਡ ਖੇਡਿਆ ਜਾਏਗਾ, ਕੀ ਹੋਏਗਾ, ਕਿੱਦਾਂ ਚੱਲੇਗਾ। ਸੋ ਵਾਟ ਆਈ ਫੀਲ ਜਸਟ ਵੇਟ ਐਂਡ ਸੀ। everyone is working hard, ਹਰ ਬੰਦਾ ਆਪਣੀ ਪੂਰੀ ਵਾਹ ਲਾ ਰਿਹਾ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਲੈਕਸ਼ਨ ਕਮਿਸ਼ਨ ਦੀ ਸਟ੍ਰਿਕਟ ਜਿਹੜੀ ਹੈਗੀ ਹੈ ਵਿਜਾਇਲ, ਤੇ ਕਾਫੀ ਹੱਦ ਤੱਕ ਲੋਕ ਜਿਹੜਾ ਡਿਸਪਲਿਨਡ ਕਨਵੈਂਸਿੰਗ ਲੱਗ ਰਹੀ, ਕੰਪੇਨਿੰਗ ਚੱਲ ਰਹੀ ਹੈ। ਔਰ ਚੰਦ ਦਿਨ ਰਹਿ ਗਏ ਨੇ 12-14 ਦਿਨ, ਤੇ ਆਈ ਕੈਨ ਸ਼ੋ ਯੂ ਵਨ ਥਿੰਗ, ਪੰਜਾਬ ਵਿਲ not have a absolute majority, ਕਿਸੇ ਪਾਰਟੀ ਨੂੰ ਇਹਨੀ ਮੈਜੋਰਿਟੀ ਨਹੀਂ ਆਏਗੀ। it will be a mixed kind of a response all over, because people are not clear ਵੀ ਉਹਨਾਂ ਦਾ ਮੂਡ ਕੀ ਹੈ। ਲੋਕ ਦੱਸ ਨਹੀਂ ਪਾ ਰਹੇ, ਲੋਕ ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ। ਅਲਟੀਮੇਟਲੀ ਜਿਹੜੀਆਂ ਬੇਸਿਕ ਪੰਜਾਬ ਦੇ ਵਿੱਚ ਜਿਹਨਾਂ ਰਾਜ ਕੀਤਾ, ਉਹਨਾਂ ਪਾਰਟੀਆਂ ਤੋਂ ਲੋਕਾਂ ਦਾ ਮੂੰਹ ਮੁੜ ਚੁੱਕਾ ਹੈ, whether it is ਕਾਂਗਰਸ, whether it is ਅਕਾਲੀ ਦਲ, whatsoever। ਬਟ ਜਿਹੜੀਆਂ ਪਾਰਟੀਆਂ ਨੂੰ ਲੋਕ ਚਾਂਸ ਦੇ ਸਕਦੇ ਨੇ, ਉਹਨਾਂ ਵਿੱਚ ਉਹ ਬੀਜੇਪੀ ਨੂੰ ਵੀ ਦੇਖਦੇ ਨੇ, ਝਾੜੂ ਨੂੰ ਵੀ ਦੇਖਦੇ ਨੇ। ਬਟ ਝਾੜੂ ਦਾ ਅਲਟੀਮੇਟਲੀ they do not have those kind of people, those who will be able to run their constituencies or to run Punjab। ਇਹਦੇ ਲਈ ਮੈਂ ਸਮਝਣਾ ਵੀ ਬੀਜੇਪੀ ਨੂੰ ਇੱਕ ਚੰਗਾ ਚਾਂਸ ਹੈ। they can make a good dent, they can make ਕਾਫੀ ਸੀਟਾਂ ਜਿੱਤ ਸਕਦੇ। ਚਲੋ ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਕਿ ਦੇਖਦੇ ਹਾਂ ਬੀਜੇਪੀ ਕਿਵੇਂ ਪਰਫਾਰਮ ਕਰਦੀ ਹੈ। ਹਰ ਪਾਰਟੀ 'ਚ ਨਾ ਸੀਐਮ ਫੇਸ ਦੀ ਬਹੁਤ ਗੱਲ ਹੋ ਰਹੀ ਹੈ। ਕਾਂਗਰਸ ਵੀ ਹੁਣ ਡਿਸਾਈਡ ਕਰੇਗੀ ਸਿੱਧੂ, ਚੰਨੀ ਜਾਂ ਬਿਨਾਂ ਸੀਐਮ ਫੇਸ ਤੋਂ ਕਾਂਗਰਸ ਆਏਗੀ। ਗੌਰਵ ਜੀ ਤੁਸੀਂ ਕੰਫਰਟੇਬਲ ਹੋ? हाँ मुझे हाँ नहीं ना अब बिल्कुल। बाजवा जी, हर पार्टी दे अंदर सीएम फेस नूं लैके काफी चर्चा चल रही है। कांग्रेस भी डिसाइड करेगी कुछ दिनों के अंदर नवजोत सिंह सिद्धू, चन्नी या फिर बिना सीएम फेस हो जाएगी। आम आदमी पार्टी ने डिसाइड कर लिया। बीजेपी अजे सीट्स बारे सोच रही है कि 5 तो आप अगे वधांगे, या सीएम फेस बारे भी बीजेपी च चर्चा हुई है? ਤੁਸੀਂ 5 ਕਿਉਂ ਬਾਰ-ਬਾਰ ਕਹਿ ਰਹੇ ਹੋ? ਇਹ ਤੁਹਾਨੂੰ ਸਾਰਿਆਂ ਨੂੰ ਮੇਰੇ ਖਿਆਲ ਕੋਈ ਇਹ ਜਿਹੜੇ ਸਰਵਿਸ ਨੇ ਨਾ, ਇਹਨਾਂ ਸਰਵਿਸ ਦੇ ਵਿੱਚ ਥੋੜਾ ਅੱਗੇ ਕਰ ਲੈ ਲੇਖ ਰਾਜ, ਇਹਨਾਂ ਸਰਵਿਸ ਵਿੱਚ ਕੁਝ ਨਹੀਂ ਸੱਚਾਈ ਨਹੀਂ ਹੈ। ਲੈਟ ਦਾ ਟਾਈਮ ਕਮ। ਬੀਜੇਪੀ ਅੱਜ ਦੀ ਡੇਟ ਦੇ ਵਿੱਚ ਕੋਈ ਪੰਜਾਬ ਦੇ ਵਿੱਚ ਸੀਐਮ ਫੇਸ ਮੇਰਾ ਨਹੀਂ ਖਿਆਲ ਡਿਕਲੇਅਰ ਕਰ ਰਹੇ, ਪਰ ਜਦੋਂ ਟਾਈਮ ਆਏਗਾ, ਜਦੋਂ ਕਿ ਉਹ ਜਿਹੜਾ ਵੀ ਪਾਰਟੀ ਜਿਹਨੂੰ ਮਰਜ਼ੀ ਭੇਜ ਦੇਣ, ਸਰਕਾਰ ਬਣਦੀ ਹੋਏਗੀ, ਸਰਕਾਰ ਕੋਲੀਜਨ ਚ ਆਏਗੀ, ਕਿਸ ਤਰੀਕੇ ਨਾਲ ਹੋਏਗੀ, ਸੋ that can be decided on a later stage। ਬਟ ਅੱਜ ਦੀ ਡੇਟ ਦੇ ਵਿੱਚ ਪਹਿਲੇ ਤੇ ਇਹ ਹੈ ਵੀ ਤੁਹਾਨੂੰ ਸਰਕਾਰ ਬਣਾਉਣ ਦਾ ਨੰਬਰ, ਤੁਹਾਡੇ ਐਮਐਲਏਸ ਕਿੰਨੇ ਜਿੱਤ ਕੇ ਆਉਂਦੇ ਨੇ, ਔਰ ਫਿਰ ਉਸ ਤੇ ਅਗਲੀ ਸਾਰੀ ਰਣਨੀਤੀ ਤਿਆਰ ਕੀਤੀ ਜਾਏਗੀ। ਕਿਉਂਕਿ ਪੰਜਾਬ 'ਚ ਇੱਕ ਖਿਚੜੀ ਸਰਕਾਰ ਬਣਦੀ
ਜਾ ਰਹੀ ਹੈ ਜਿਹੜੀ ਕਿ ਐਬਸੋਲੂਟ ਮੈਜੋਰਿਟੀ ਕਿਸੇ ਪਾਰਟੀ ਨੂੰ ਦਿਖਾਈ ਨਹੀਂ ਦੇ ਰਹੀ। ਸੀਐਮ ਫੇਸ ਬੜਾ ਜ਼ਰੂਰੀ ਨਹੀਂ ਹੋ ਜਾਂਦਾ ਹਰ ਪਾਰਟੀ ਲਈ ਦੱਸਣਾ ਕਿ ਬਈ ਲੀਡ ਕੌਣ ਕਰੇਗਾ। ਤੁਹਾਡੇ ਕੋਲ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਨਾਲ ਮਿਲ ਕੇ ਚੋਣ ਲੜ ਰਹੇ ਹੋ, ਕੈਪਟਨ ਅਮਰਿੰਦਰ ਸਿੰਘ ਵੱਡਾ ਚਿਹਰਾ ਨੇ, ਸੋ ਲੱਗਦਾ ਹੈ ਉਹਨਾਂ ਨੂੰ ਵੀ ਸੀਐਮ ਫੇਸ ਡਿਕਲੇਅਰ ਕਰਨਾ ਚਾਹੀਦਾ ਹੈ ਕਿ ਬਈ ਕੈਪਟਨ ਅਮਰਿੰਦਰ ਸਿੰਘ ਅਗਲੇ ਸੀਐਮ ਹੋਣਗੇ ਅਗਰ ਬੀਜੇਪੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ। ਦੇਖੋ ਇਹ ਪਾਰਟੀ ਹਾਈ ਕਮਾਂਡ ਨੇ ਡਿਸਾਈਡ ਕਰਨਾ। ਤੁਸੀਂ ਮੁੱਦਾ ਨਹੀਂ ਚੁੱਕਿਆ ਕਿਉਂਕਿ ਤੁਸੀਂ ਕਾਂਗਰਸ ਹਾਈ ਕਮਾਂਡ ਅੱਗੇ ਵੀ ਇਹ ਗੱਲ ਰੱਖਦੇ ਸੀ ਕਿ ਸੀਐਮ ਫੇਸ ਡਿਕਲੇਅਰ ਹੋਣਾ ਜ਼ਰੂਰੀ ਹੁੰਦਾ ਹੈ। ਨਹੀਂ ਮੈਂ ਕਦੀ ਨਹੀਂ ਸੀ ਰੱਖਿਆ। ਪਾਰਟੀ ਓਵਰਆਲ ਕਰਦੀ ਸੀ, ਕਈ ਵਾਰ ਜ਼ਰੂਰੀ ਨਹੀਂ ਵੀ ਪਾਰਟੀ ਮੈਜੋਰਿਟੀ ਆਫ ਦਾ ਟਾਈਮ ਵਿਦਆਊਟ ਸੀਐਮ ਫੇਸ ਵੀ ਕੰਟੈਸਟ ਕੀਤੀ ਹੈ। ਸੋ ਇਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਬੀਜੇਪੀ ਦੇ ਵਿੱਚ ਕੋਈ ਇਸ ਕਿਸਮ ਦਾ ਨਹੀਂ ਹੈਗਾ ਵੀ ਜੀ ਆਪਾਂ ਨੂੰ ਸੀਐਮ ਫੇਸ ਡਿਕਲੇਅਰ ਕਰਕੇ ਹੀ ਇਲੈਕਸ਼ਨ ਲੜਨੀ ਚਾਹੀਦੀ ਹੈ। ਵਾਟਐਵਰ ਦਾ ਪਾਰਟੀ ਹਾਈ ਕਮਾਂਡ ਡਿਸਾਈਡ ਐਟ ਦ ਰਾਈਟ ਟਾਈਮ ਓਬੇ ਕੀਤਾ ਜਾਏਗਾ। ਤੇ ਚੰਨੀ ਤੇ ਸਿੱਧੂ ਵਿੱਚੋਂ ਤੁਹਾਨੂੰ ਕੌਣ ਲੱਗਦਾ ਹੈ ਕਿ ਬੈਟਰ ਸੀਐਮ ਫੇਸ? ਦੋਨੋਂ ਹੀ ਨਹੀਂ। ਤੁਸੀਂ ਕੁਝ ਮਹੀਨੇ ਪਹਿਲਾਂ ਦਸੰਬਰ ਚ ਕਹਿ ਰਹੇ ਸੀ ਕਿ ਸਿੱਧੂ ਸਭ ਸੀਐਮ ਫੇਸ ਉਹ ਬਣਨਗੇ, ਮੈਨੂੰ ਲੱਗੂਗਾ ਮੈਂ ਸੀਐਮ ਬਣ ਗਿਆ। ਅਚਾਨਕ ਇਹ ਚੀਜ਼ਾਂ ਬਦਲ ਕਿਵੇਂ ਜਾਂਦੀਆਂ? ਬਦਲੇ ਇਸ ਕਰਕੇ ਜਾਂਦੀਆਂ ਲੋਕਾਂ ਦੀ ਪਰਸੈਪਸ਼ਨ ਅੱਜ ਦੇਖ ਲਓ, ਉਹਨਾਂ ਦੇ ਕੰਮਕਾਰ ਦੇਖ ਲਓ। the downfall ਕੰਮਕਾਰ ਤੋਂ 5 ਸਾਲਾਂ ਦਾ ਉਹ 2 ਮਹੀਨਿਆਂ ਚ ਕਿਵੇਂ ਚੇਂਜ ਹੋ ਗਿਆ ਅਚਾਨਕ? ਉਹਨਾਂ ਦੀ ਕਰਨ ਦੀ ਦੇਖ ਲਓ ਜੋ ਕਰਦੇ ਫਿਰਦੇ ਨੇ। ਉਹ ਤਾਂ ਸ਼ੁਰੂ ਤੋਂ ਹੀ ਇੰਜ ਦੀ ਸੀ। ਨਹੀਂ, ਉਹ ਸ਼ੁਰੂ ਤੋਂ ਹੀ ਬੜੇ ਅਨਪ੍ਰੈਡਿਕਟੇਬਲ ਸੀ, ਸ਼ੁਰੂ ਤੋਂ ਹੀ ਬੜੇ ਕਾਲੀ ਚ ਰਹਿੰਦੇ ਸੀ। ਉਹੀ ਉਹਨਾਂ ਦਾ ਹੁਣ ਐਟੀਟਿਊਡ ਹੈ। ਦੇਖੋ ਅਨਪ੍ਰੈਡਿਕਟੇਬਲ ਹੋਣਾ ਇਟਸ ਅ ਡਿਫਰੈਂਟ ਥਿੰਗ, ਬਟ ਆਪਣੀ ਪਾਰਟੀ ਵਿੱਚ ਆਪਣੇ ਚੀਫ ਮਿਨਿਸਟਰ ਆਪਣੀ ਪਾਰਟੀ ਦੀਆਂ ਜਿਹੜੀਆਂ ਤੁਸੀਂ ਉਹਦੇ ਤੇ ਚੱਲਦੇ ਹੋ, ਤੁਹਾਡੀਆਂ ਸਿੱਖਿਆਵਾਂ ਦੇ ਉੱਤੇ ਉਹਨੂੰ ਕੰਟਰਡਿਕਟ ਕਰਨਾ, ਤੁਹਾਡੀ ਪਾਰਟੀ ਦੀ ਪਾਲਿਸੀਜ਼ ਨੂੰ ਕੰਟਰਡਿਕਟ ਕਰਨਾ, ਫਿਰ ਹੂ ਵੁੱਡ ਲਾਈਕ ਹਿਮ ਟੂ ਬੀ ਅ ਚੀਫ ਮਿਨਿਸਟਰ? ਜੀ 2 ਮਹੀਨੇ ਤੋਂ ਤਾਂ ਕਾਫੀ ਡਿਸਪਲਿਨ ਨਜ਼ਰ ਆ ਰਹੇ ਨੇ। 2 ਮਹੀਨੇ ਤੋਂ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਿਸੇ ਨੂੰ ਐਸ ਸੱਚ ਕ੍ਰਿਟਿਸਾਈਜ਼ ਕੀਤਾ ਹੈ ਜਿੰਨਾ ਦਸੰਬਰ ਤੋਂ ਪਹਿਲਾਂ ਕਰਦੇ ਸੀ। ਦਸੰਬਰ ਤੱਕ ਤੁਸੀਂ ਕਹਿ ਰਹੇ ਸੀ ਸਿੱਧੂ ਸੀਐਮ ਫੇਸ ਹੋਣੇ ਚਾਹੀਦੇ ਨੇ, ਮੈਂ ਸੀਐਮ ਹੋਵਾਂਗਾ ਅਗਰ, ਹੈ ਨਾ, ਉਹ ਬਣਦੇ ਨੇ। ਅਚਾਨਕ ਇਹ ਚੀਜ਼ਾਂ ਕਿਵੇਂ ਬਦਲ ਜਾਂਦੀਆਂ ਨੇ? ਦੇਖੋ ਅਚਾਨਕ ਬਦਲਣ ਜਾਂ ਨਹੀਂ ਬਦਲਣੀ, ਜਦੋਂ ਵੈਨ ਯੂ ਆਰ ਕਲੋਜ਼ਲੀ ਐਸੋਸੀਏਟਿਡ ਵਿਦ ਦ ਪਾਰਟੀ, ਔਰ ਤੁਸੀਂ ਦੇਖਦੇ ਹੋ ਮੈਂ ਤਾਂ ਕਾਫੀ ਦੇਰ ਤੋਂ ਪਰਟਰਬਡ ਸੀ ਵੀ ਕਿਸ ਤਰ੍ਹਾਂ ਪਾਰਟੀ ਚੱਲ ਪਈ ਹੈ, ਜਿਸ ਤਰਫ ਇਹ ਚੱਲਣਾ ਸ਼ੁਰੂ ਹੋ ਗਈ ਹੈ, ਇਹ ਪਾਰਟੀ ਕਦੀ ਵੀ ਪਾਵਰ 'ਚ ਨਹੀਂ ਆਏਗੀ। ਔਰ ਆਈ ਟੈਲ ਯੂ ਵਨ ਥਿੰਗ, ਵੰਸ ਦ ਕਾਂਗਰਸ ਇਜ਼ ਡੈਸੀਮੇਟਡ ਇਨ ਪੰਜਾਬ, you will see they will be eroding their ਜਿਹੜਾ ਉਹਨਾਂ ਦਾ ਥੱਲੇ ਵੋਟ ਬੈਂਕ ਹੈ ਉਹਦੀ ਬੜੀ ਜ਼ਬਰਦਸਤ ਇਰੋਜਨ ਹੋਏਗੀ, ਕਿਉਂਕਿ ਪਾਰਟੀ ਹਾਈ ਕਮਾਂਡ ਬੜੀ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਪਾਰਟੀ ਹਾਈ ਕਮਾਂਡ ਦਾ ਕੋਈ ਡਿਸਪਲਿਨ ਰਹਿ ਹੀ ਨਹੀਂ ਗਿਆ। ਤੁਸੀਂ ਦੇਖੋ ਇੱਕ ਹਰ ਜਗ੍ਹਾ ਤੁਹਾਡੀ ਕੈਂਡੀਡੇਟ ਦੇ ਅਗੇਂਸਟ ਇੰਡੀਪੈਂਡੈਂਟ ਖੜੇ ਕੀਤੇ ਜਾ ਰਹੇ। ਪਾਰਟੀ ਹਾਈ ਕਮਾਂਡ ਡਸਨਟ ਹੈਵ ਐਨੀ ਕੰਟਰੋਲ। ਪਰ ਇਹ ਤਾਂ ਕਾਫੀ ਟਾਈਮ ਤੋਂ ਚੱਲ ਰਿਹਾ। ਵੈਸੇ ਫਤਿਹ ਚੰਦ ਬਾਜਵਾ ਤੁਸੀਂ ਵੀ ਅਗਰੀ ਕਰੋਗੇ 5 ਸਾਲਾਂ ਚੋਂ ਹਮੇਸ਼ਾ ਇਹੀ ਆਵਾਜ਼ ਉੱਠਦੀ ਰਹੀ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਹਟਾ ਰਹੀ, ਉਹ ਕੰਮ ਨਹੀਂ ਕਰ ਰਹੇ, ਹਾਈ ਕਮਾਂਡ ਉਹਨਾਂ ਨੂੰ ਨਹੀਂ ਕਨਵਿੰਸ ਕਰ ਪਾ ਰਹੀ। ਫਿਰ ਹਾਈ ਕਮਾਂਡ ਨੇ ਥੋੜੀ ਜਿਹੀ ਪਾਵਰ ਚਲਾਈ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਸਾਈਡਲਾਈਨ ਕੀਤਾ, ਪਰ ਅਜੇ ਵੀ ਜੋ ਹਾਈ ਕਮਾਂਡ ਹੈ ਉਹ ਟੁੱਥਲੈਸ ਹੈ, ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਪਾ ਰਹੇ, ਹੈ ਨਾ। ਰਾਹੁਲ ਗਾਂਧੀ ਨੂੰ ਅਗਰ ਅੱਗੇ ਲਿਆਂਦਾ ਹੈ, ਕਿਵੇਂ ਦੇਖਦੇ ਹੋ? ਦੇਖੋ ਕਾਂਗਰਸ ਟੁੱਥਲੈਸ ਹੈ ਬਿਲਕੁਲ, ਐਬਸੋਲੂਟਲੀ देयर इज नो ਕੰਟਰੋਲ ਓਵਰ ਦ ਪਾਰਟੀ। ਔਰ ਇਹੋ ਕਾਰਨ ਹੈ ਵੀ ਇਹ ਪਾਰਟੀ ਬੜੀ ਬੁਰੀ ਤਰ੍ਹਾਂ ਫੇਲ ਹੋਏਗੀ, ਟੁੱਟੇਗੀ। ਇਹ ਜਿਹੜੀ ਚੀਜ਼ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਇਹਨਾਂ ਨੇ, ਹਾਂ ਕੈਪਟਨ ਅਮਰਿੰਦਰ ਸਿੰਘ ਨੂੰ 2 ਸਾਲ ਪਹਿਲੇ ਲਾ ਲੈਂਦੇ, ਹੋ ਸਕਦਾ ਪਾਰਟੀ ਵੁੱਡ ਹੈਵ ਡਨ ਬੈਟਰ। ਬਟ ਜਦੋਂ ਘੋੜਾ ਤੁਸੀਂ ਲੜਾਈ ਦੇ ਵਿੱਚ ਜਾ ਰਹੇ ਹੋ ਔਰ 6 ਮਹੀਨੇ ਪਹਿਲੇ ਤੁਸੀਂ ਕੈਪਟਨ ਸਾਹਿਬ ਨੂੰ ਲਾ ਰਹੇ ਹੋ, ਕਦੀ ਵੀ ਫੌਜਾਂ ਦੇ ਘੋੜੇ ਮਿਡਲ ਆਫ ਦਾ ਬੈਟਲ ਕਦੀ ਨਹੀਂ ਬਦਲੇ ਜਾਂਦੇ। ਜੇ ਬਦਲੇ ਜਾਣਗੇ ਮਾਰ ਖਾਣਗੇ। ਉਹੀ ਕਾਂਗਰਸ ਨੇ ਕੀਤਾ, ਉਹੀ ਉਹਨਾਂ ਨੂੰ ਮਾਰ ਪੈ ਗਈ। ਫਤਿਹ ਚੰਦ ਬਾਜਵਾ ਜੀ ਪਹਿਲਾਂ ਨਹੀਂ ਰਿਹਾ, ਹਾਲਾਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਉਦੋਂ ਤੁਸੀਂ ਤੇ ਪ੍ਰਤਾਪ ਸਿੰਘ ਬਾਜਵਾ ਜੀ ਨਾਲ ਸੀ, ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਬੈਕ ਕੀਤਾ ਸੀ। ਉਸ ਤੋਂ ਬਾਅਦ ਜਦੋਂ ਸਿੱਧੂ ਨੂੰ ਪਾਵਰ ਮਿਲਦੀ ਦਿਖੀ ਤੇ ਤੁਸੀਂ ਉਹਨਾਂ ਦੇ ਨਾਲ ਸੀ। ਦਸੰਬਰ ਮਹੀਨੇ ਦੀ ਰੈਲੀ ਸਾਨੂੰ ਵੀ ਯਾਦ ਹੈ, ਜਾਂ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਅਸੀਂ ਦੇਖੀਆਂ। ਸੋ ਕਿਵੇਂ ਇਹ ਚੀਜ਼ਾਂ ਬਦਲੀਆਂ ਨੇ ਕੈਪਟਨ ਅਮਰਿੰਦਰ ਸਿੰਘ ਪ੍ਰਤੀ? ਹੁਣ ਅਚਾਨਕ ਕਿਉਂ ਤੁਹਾਨੂੰ ਇੰਨਾ ਦਰਦ ਉਹਨਾਂ ਦਾ ਨਜ਼ਰ ਆ ਰਿਹਾ? ਮੈਂ ਦਰਦ ਦੀ ਗੱਲ ਨਹੀਂ ਕਰਦਾ, ਮੈਨੂੰ ਦਰਦ ਤੇ ਬਿਲਕੁਲ ਹੀ ਹੈ ਨਹੀਂ। ਮੈਂ ਤੇ ਇਹ ਗੱਲ ਕਹਿਣਾ ਪਾਰਟੀ ਹਾਈ ਕਮਾਂਡ ਦਾ ਗਲਤ ਡਿਸੀਜਨ ਸੀ, ਇਹ ਲੈਣਾ ਹੁੰਦਾ 2 ਸਾਲ ਪਹਿਲੇ ਲੈਂਦੇ। ਮੈਂ ਤੇ ਉਸ ਗੱਲ ਦੀ ਗੱਲ ਕਰ ਰਿਹਾ, ਮੈਨੂੰ ਕੋਈ ਦਰਦ ਵਾਲੀ ਗੱਲ ਨਹੀਂ ਹੈ। ਠੀਕ ਹੈ ਪਾਰਟੀ ਹਾਈ ਕਮਾਂਡ ਨੇ ਕਿਸੇ ਨੂੰ ਉਤਾਰਨਾ ਸੀ, ਉਹਨਾਂ ਦੀ ਪਰਫਾਰਮੈਂਸ ਠੀਕ ਨਹੀਂ ਸੀ, ਦੇ ਸ਼ੁੱਡ ਹੈਵ ਟੇਕਨ ਦ ਸਟੈਂਡ ਮਚ ਅਰਲੀਅਰ ਤੇ ਪਾਰਟੀ ਵੁੱਡ ਹੈਵ ਬੀਨ ਐਟ ਅ ਬੈਟਰ ਸਟੈਂਡਿੰਗ। ਲਾਸਟ ਮੂਮੈਂਟ ਤੇ ਤੁਸੀਂ ਕਰਦੇ ਹੋ ਤੇ ਕਾਂਗਰਸ ਦਾ ਹਾਲ ਜੋ ਹੋਣਾ ਤੁਹਾਡੇ ਸਾਹਮਣੇ। ਮੈਂ 30 ਸੀਟਾਂ ਪ੍ਰੈਡਿਕਟ ਕੀਤੀਆਂ ਨੇ, 31 ਆ ਜਾਣਗੇ। ਮੇਰੇ ਨਾਲ ਗੱਲ ਕਰੋ। ਚੰਨੀ ਨਹੀਂ ਹੋਣੇ ਚਾਹੀਦੇ ਸੀਐਮ ਫੇਸ? ਸਿੱਧੂ ਨੂੰ ਤੁਸੀਂ ਕਹਿ ਦਿੱਤਾ ਕਿ ਨਹੀਂ, ਕਿ ਪਤਾ ਨਹੀਂ ਲੱਗਦਾ, ਆਪਣੀ ਪਾਰਟੀ ਨੂੰ ਕ੍ਰਿਟਿਸਾਈਜ਼ ਕਰਦੇ ਨੇ। ਚੰਨੀ ਤਾਂ ਠੀਕ ਚੱਲ ਰਹੇ ਨੇ, 111 ਦਿਨ ਦੀ ਸਰਕਾਰ ਤੋਂ, ਉਹ ਤਾਂ ਕਾਫੀ ਖੁਸ਼ ਨੇ,
ਪਾਰਟੀ ਵੀ ਮੈਨੂੰ ਲੱਗਦਾ ਉਹਨਾਂ ਤੋਂ ਕਾਫੀ ਇੰਪ੍ਰੈਸ ਹੋ ਗਈ 111 ਦਿਨ ਦੇ ਵਿੱਚ ਕਾਫੀ ਐਲਾਨ ਉਹਨਾਂ ਨੇ ਕਰ ਦਿੱਤੇ ਨੇ। ਦੇਖੋ ਆਈ ਐਮ ਨੋਬਡੀ ਟੂ ਸੇ ਬਈ ਹੂ ਵੁੱਡ ਬੀ ਦ ਚੀਫ ਮਿਨਿਸਟਰ ਵੈਦਰ ਚੰਨੀ ਔਰ ਨਵਜੋਤ ਜੀ। आई एम नथिंग एज दिस थिंग मेरा पर्सनल कोई भी है नहीं बट मैं अपना व्यू दिता है भी अज दी डेट विच जो ये कांग्रेस सोचती सी भी चन्नी साहब दे आन नाल सानू फायदा हो जाएगा लोगों नू ये समझ आ गई भी पोलिटिकली सिर्फ इन्हां ने वरतिया इस काम नू जे इन्ना ही चन्नी साहब नू कर दे तो उन्होंने सीएम फेस क्यों नहीं डिक्लेयर कर रहे दैट मीनस देयर इज अ प्रेशर फ्रॉम नवजोत सिंह सिद्धू जी they feel that the moment ਅਸੀਂ ਚੰਨੀ ਜੀ ਦਾ ਨਾਂ ਡਿਕਲੇਅਰ ਪਾਰਟੀ ਛੱਡ ਕੇ ਭੱਜ ਜਾਣਗੇ ਸੋ ਇਹ ਚੀਜ਼ਾਂ ਕਾਂਗਰਸ ਲਈ ਕੋਈ ਸੌਖੀਆਂ ਨਹੀਂ ਦੇਰ ਬਹੁਤ ਜ਼ਿਆਦਾ ਪਾਰਟੀ ਦੇ ਵਿੱਚ ਇਸ ਕਿਸਮ ਦਾ ਕਮਸਾਨ ਚੱਲ ਰਿਹਾ ਹੈ ਔਰ ਪਾਰਟੀ ਇਜ਼ ਇਨ ਅ ਵੈਰੀ ਪੂਅਰ ਸਟੈਂਡਿੰਗ ਵੈਰੀ ਬੈਡ ਸਟੇਟ। ਬਟਾਲਾ ਸੀਟ ਫਿਰ ਜਿੱਤ ਰਹੇ ਹੋ ਤੁਸੀਂ ਕੌਨਫੀਡੈਂਟ ਹੋ? ਦੇਖੋ ਆਈ ਫੀਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੋਕਾਂ ਦਾ ਵਿਸ਼ਵਾਸ ਹੈ। People feel that we have got a good candidate after a long time. 15 ਸਾਲ ਦੇ ਮੌਕੇ ਤੋਂ ਬਾਅਦ ਕਾਂਗਰਸ ਆਪਣਾ ਬੀਜੇਪੀ ਨੂੰ ਬਟਾਲੇ ਦੀ ਜਿਹੜੀ ਸੀਟ ਹੈ ਦੁਬਾਰਾ ਵਾਪਸ ਮਿਲੀ ਹੈ ਸੋ ਪ੍ਰੋਬੇਬਲੀ ਦੇ ਫੀਲ ਬਈ ਦਿਸ ਇਜ਼ ਦ ਚਾਂਸ ਅਗੇਨ ਟੂ ਰਿਟੇਨ ਦ ਥਰੋਨ। ਲੜਾਈ ਲੋਕਾਂ ਲੜਨੀ ਹੈ ਵੋਟ ਲੋਕਾਂ ਪਾਣੀ ਹੈ ਮੈਂ ਤੇ ਲੋਕਾਂ ਤੱਕ ਪਹੁੰਚ ਕਰਦਾ ਮੈਂ ਤੇ ਮੋਦੀ ਜੀ ਦਾ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਨੂੰ ਲੈ ਕੇ ਜਾ ਰਿਹਾ। People have to vote for the policies of the party. पार्टी की करना चाह रही है उस पॉलिसीज ਦੇ ਮੈਨੀਫੈਸਟੋ ਦੇ ਉੱਤੇ ਲੋਕ ਵੋਟ ਪਾਣਗੇ। ਸਨੀ ਦਿਓਲ ਜੀ ਆ ਰਹੇ ਨੇ ਕੈਂਪੇਨ ਕਰਨ ਕਿਆ ਤੁਸੀਂ ਗੱਲਬਾਤ ਹੋਈ ਹੈ? ਡੈਫੀਨਿਟਲੀ ਹਾਂ ਪਰ ਉਹ ਭਾਰੀ ਨਾ ਪੈ ਜਾਏ ਕਿਉਂਕਿ ਉਹਨਾਂ ਦਾ ਗੁੱਸਾ ਤੁਹਾਡੇ ਤੇ ਨਾ ਨਿਕਲ ਆਏ। ਭਾਰੀ ਬੀਜੇਪੀ ਇਹਨਾਂ ਚੀਜ਼ਾਂ ਤੋਂ ਕਦੀ ਵੀ ਉਹਨਾਂ ਨੂੰ ਡਰ ਨਹੀਂ ਲੱਗਦਾ। ਜੇ ਬੀਜੇਪੀ ਇੰਨੇ ਵੱਡੇ ਛੋਟੇ ਟਾਈਮ ਦੇ ਵਿੱਚ ਵੀ ਇਲੈਕਸ਼ਨਸ ਦੇ ਵਿੱਚ ਆਈ ਹੈ ਸੋ ਵੀ ਆਰ ਰੈਡੀ ਫॉर ਐਨੀ ਚੈਲੰਜ ਔਰ ਸਨੀ ਦਿਓਲ ਜੀ ਲੋਕ ਉਹਨਾਂ ਨੂੰ ਪਿਆਰ ਕਰਦੇ ਪਸੰਦ ਕਰਦੇ ਆ। ਉਹੀ ਤੁਹਾਡੇ ਗੁਰਦਾਸਪੁਰ ਚ ਆਪਾਂ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਪੰਜਾਬ ਚ ਓਵਰਆਲ ਬਹੁਤ ਨਾਰਾਜ਼ਗੀ ਹੈ ਸਨੀ ਦਿਓਲ ਨੂੰ ਲੈ ਕੇ ਸੋ ਮੈਂ ਉਹੀ ਕਹਿ ਰਹੀ ਹਾਂ ਨੁਕਸਾਨ ਨਾ ਹੋ ਜਾਏ ਅਗਰ ਤੁਹਾਡੇ ਲਈ ਪ੍ਰਚਾਰ ਕਰਨ ਨਿਕਲਣ ਗੁੱਸਾ ਨਾਰਾਜ਼ਗੀ ਉਹਨਾਂ ਦੀ ਜਿਹੜੀ ਹੈ ਉਹ ਤੁਹਾਡੇ ਖਾਤੇ ਨਾ ਪੈ ਜਾਏ। ਦੇਖੋ ਜਿਹੜੀ ਕਿਸੇ ਵੀ ਐਕਟਰ ਦੀ ਕਿਸੇ ਵੀ ਹੀਰੋ ਦੀ ਲੋਕਪ੍ਰਿਯਤਾ ਹੁੰਦੀ ਹੈ ਨਾਰਾਜ਼ਗੀਆਂ ਤਾਂ ਮੈਂ ਮੰਨਣਾ ਵੀ ਉਹ ਐਮਪੀ ਬਣ ਕੇ ਘੱਟ ਆਏ ਨੇ ਔਰ ਨਾਰਾਜ਼ਗੀ ਲਾਜ਼ਮੀ ਹੈ ਲੋਕਾਂ ਦਾ ਹੱਕ ਬਣਦਾ ਹੈ ਬਟ ਵਾਟ ਆਈ ਫੀਲ ਵੀ ਉਹਨਾਂ ਦੀ ਜਿਹੜੀ ਲੋਕਪ੍ਰਿਯਤਾ ਹੈ ਦ ਮੋਮੈਂਟ ਹੀ ਵਿਲ ਕਮ ਇਨ ਫਰੰਟ ਆਫ ਦ people will again take selfies and again walk along with him and ਮੈਨੂੰ ਲੱਗਦਾ ਹੈ ਵੀ ਉਹਨਾਂ ਦੇ ਆਉਣ ਨਾਲ ਬੀਜੇਪੀ ਨੂੰ ਤਾਕਤ ਮਿਲੇਗੀ ਸਾਡੀ ਵੋਟ ਬੈਂਕ ਨੂੰ ਹੁਲਾਰਾ ਮਿਲੇਗਾ। ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਕਿ ਬੀਜੇਪੀ ਦੀ ਕਿਸਮਤ ਕਿੰਨੀ ਕੁ ਬਦਲਦੀ ਹੈ ਪੰਜਾਬ ਦੇ ਵਿੱਚ ਕਿਉਂਕਿ ਨਾਰਾਜ਼ਗੀ ਗੁੱਸਾ ਸਭ ਨੇ ਦੇਖਿਆ ਪਰ ਫਤਿਹ ਚੰਦ ਬਾਜਵਾ ਜੀ ਕਾਫੀ ਕੌਨਫੀਡੈਂਟ ਨੇ ਕਿ ਬੀਜੇਪੀ ਇੱਕ ਚੰਗਾ ਰੋਲ ਪਲੇ ਕਰੇਗੀ ਇਹਨਾਂ ਚੋਣਾਂ ਦੇ ਵਿੱਚ। ਮੈਜੋਰਿਟੀ ਤਾਂ ਨਹੀਂ ਉਹ ਕਹਿ ਰਹੇ ਬੀਜੇਪੀ ਨੂੰ ਕਿ ਕਿਸੇ ਵੀ ਪਾਰਟੀ ਨੂੰ ਮੈਜੋਰਿਟੀ ਨਹੀਂ ਮਿਲਦੀ ਵੇਖ ਰਹੀ ਕਾਂਗਰਸ ਨੂੰ 30 ਤੋਂ ਵੱਧ ਸੀਟਸ ਨਹੀਂ ਮਿਲਣਗੀਆਂ ਤੇ ਆਮ ਆਦਮੀ ਪਾਰਟੀ ਵੀ 12 ਸੀਟਸ ਹੀ ਟੱਪ ਪਾਏਗੀ। ਬਾਕੀ ਦੇਖੋ ਬੀਜੇਪੀ ਬਟਾਲਾ ਤੋਂ ਜਿੱਤਣ ਦੇ ਲਈ ਫਤਿਹ ਚੰਦ ਬਾਜਵਾ ਜੀ ਕਾਫੀ ਕੌਨਫੀਡੈਂਟ ਵੇਖ ਰਹੇ ਨੇ ਬਾਕੀ ਦੇਖਦੇ ਆ ਲੋਕ ਕੀ ਫੈਸਲਾ ਲੈਂਦੇ ਨੇ 20 ਫਰਵਰੀ ਨੂੰ। ਕੈਮਰਾ ਪਰਸਨ ਗੌਰਵ ਦੇ ਨਾਲ ਮੈਂ ਅਰਸ਼ਦੀਪ ਕੌਰ ਪੰਜਾਬ ਤੱਕ ਬਟਾਲਾ।